ਹੈਲੋ ਬੇਟਾ, ਗੁੱਡ ਮਾਰਨਿੰਗ। ਐਕਸਰਸਾਈਜ਼ 1 ਇਹਦੇ ਵਿੱਚ ਆਹ ਵਾਲੇ ਕੁਐਸਚਨ ਦਾ ਸਾਰੇ ਬੱਚਿਆਂ ਨੂੰ ਡਾਊਟ ਹੈਗਾ ਸੀ ਕਿ ਇਹਨੂੰ ਸੋਲਵ ਕਿਵੇਂ ਕੀਤਾ ਜਾਵੇ। ਇਸ ਕਰਕੇ ਆਪਾਂ ਇਸ ਵੀਡੀਓ 'ਚ ਇਹਨੂੰ ਸੋਲਵ ਕੀਤਾ ਵਾ। ਪਲੀਜ਼ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਹੁਣ ਜਿਹੜੀ ਮੈਟ੍ਰਿਕਸ ਆਪਾਂ ਨੂੰ ਗਿਵਨ ਹੈਗੀ ਆ, ਇਸ ਮੈਟ੍ਰਿਕਸ ਦਾ ਆਰਡਰ ਹੈਗਾ ਵਾ 3x3 ਅਤੇ ਆਪਾਂ ਨੂੰ ਪਤਾ ਵਾ ਕਿਸੇ ਵੀ ਮੈਟ੍ਰਿਕਸ ਜਿਹਦਾ ਆਰਡਰ 3x3 ਹੋਵੇ ਉਹਦਾ ਰੈਂਕ ਕਿੰਨਾ ਹੁੰਦਾ ਵਾ। ਉਹਦਾ ਰੈਂਕ ਵੱਧ ਤੋਂ ਵੱਧ 3 ਹੋ ਸਕਦਾ ਵਾ। ਆਪਾਂ ਨੂੰ ਇਹ ਵੀ ਪਤਾ ਵਾ ਕਿ ਕਿਸੇ ਵੀ ਮੈਟ੍ਰਿਕਸ ਦਾ ਰੈਂਕ 3 ਕਦੋਂ ਹੁੰਦਾ ਵਾ 3x3 ਆਰਡਰ ਦੀ ਦਾ, ਜਦੋਂ ਦਾ ਡਿਟਰਮੀਨੈਂਟ ਹੋਵੇ ਨਾਨ ਜ਼ੀਰੋ। ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਇਸ ਮੈਟ੍ਰਿਕਸ ਦਾ ਡਿਟਰਮੀਨੈਂਟ ਫਾਈਂਡ ਕੀਤਾ ਵਾ ਕਿ ਇਸ ਮੈਟ੍ਰਿਕਸ ਦਾ ਡਿਟਰਮੀਨੈਂਟ ਹੈ ਕਿੰਨਾ ਵਾ। ਡਿਟਰਮੀਨੈਂਟ ਨੂੰ ਸੋਲਵ ਕਰਕੇ ਆਪਣੇ ਕੋਲ ਆ ਆਨਸਰ ਆ ਗਿਆ। ਹੁਣ ਜਿਹੜਾ ਇਹਦੇ ਵਿੱਚ ਐਕਸ ਆ ਰਿਹਾ ਵਾ, ਐਕਸ ਹੈਗਾ ਵਾ ਇੱਕ ਵੇਰੀਏਬਲ। ਇਸ ਕਰਕੇ ਇਸ ਮੈਟ੍ਰਿਕਸ ਦਾ ਜਿਹੜਾ ਰੈਂਕ ਹੈਗਾ ਵਾ ਉਹ ਡਿਪੈਂਡ ਕਰੇਗਾ ਵੇਰੀਏਬਲ ਦੀ ਵੈਲਿਊ 'ਤੇ ਕਿ ਐਕਸ ਦੀ ਵੈਲਿਊ ਕਿੰਨੀ ਆ। ਉਹਦੀ ਬੇਸ 'ਤੇ ਆਪਾਂ ਡਿਟਰਮਿਨ ਕਰਾਂਗੇ ਕਿ ਰੈਂਕ ਕਿੰਨਾ ਵਾ। ਓਕੇ, ਕਲੀਅਰ ਬੇਟਾ ਤੁਹਾਨੂੰ ਸਾਰਿਆਂ ਨੂੰ। ਹੁਣ ਆਪਾਂ ਨੂੰ ਪਤਾ ਵਾ ਇੱਥੇ ਇਹਦੇ ਵੱਲ ਦੇਖ ਕੇ ਕਿ ਜੇ ਐਕਸ ਦੀ ਵੈਲਿਊ 4 ਹੋ ਜੇ ਅਤੇ ਫਿਰ ਆਹ ਸਾਰੀ ਚੀਜ਼ ਕੀ ਬਣ ਜਾਣੀ ਹੈ, 0। ਇਸੇ ਤਰ੍ਹਾਂ ਜੇ ਐਕਸ ਦੀ ਵੈਲਿਊ 9 ਹੋ ਜੇ ਤਾਂ ਵੀ ਆਹ ਸਾਰੀ ਕੀ ਬਣ ਜਾਣੀ ਹੈ, 0। ਅਤੇ ਜੇ ਐਕਸ ਦੀ ਵੈਲਿਊ -1 ਹੋ ਜੇ ਤਾਂ ਵੀ ਆਹ ਸਾਰੀ ਵੈਲਿਊ ਕੀ ਬਣ ਜਾਣੀ ਹੈ, 0। ਇਹਦਾ ਮਤਲਬ ਕਿ ਜੇ ਐਕਸ ਦੀ ਵੈਲਿਊ 4, 9 ਜਾਂ -1 ਹੋਵੇ ਤਾਂ ਮੈਟ੍ਰਿਕਸ ਦਾ ਡਿਟਰਮੀਨੈਂਟ ਕਾਹਦੇ ਬਰਾਬਰ ਹੋ ਜਾਏਗਾ, 0 ਦੇ ਬਰਾਬਰ। ਅਤੇ ਜੇ ਮੈਟ੍ਰਿਕਸ ਦਾ ਡਿਟਰਮੀਨੈਂਟ 0 ਦੇ ਬਰਾਬਰ ਹੋ ਗਿਆ ਤਾਂ ਇਹਦਾ ਮਤਲਬ ਕਿ ਜਿਹੜੀ ਆਹ ਮੈਟ੍ਰਿਕਸ ਆਪਾਂ ਨੂੰ ਗਿਵਨ ਹੈ ਇਹਦਾ ਰੈਂਕ 3 ਤੋਂ ਘੱਟ ਆ। 3 ਨਹੀਂ ਹੋ ਸਕਦਾ, 3 ਤੋਂ ਘੱਟ ਆ। ਇਹਦਾ ਮਤਲਬ ਇਹਦਾ ਰੈਂਕ 2 ਹੋ ਸਕਦਾ ਵਾ, ਜਿੱਦਾਂ ਲਿਖਿਆ ਵਾ ਇਹਦਾ ਰੈਂਕ 2 ਹੋ ਸਕਦਾ ਵਾ, ਜਾਂ 2 ਤੋਂ ਵੀ ਛੋਟਾ 1 ਹੋ ਸਕਦਾ ਵਾ। ਠੀਕ ਆ, 0 ਤਾਂ ਨਹੀਂ ਹੋ ਸਕਦਾ, ਉਹ ਆਪਾਂ ਨੂੰ ਦਿਖ ਰਿਹਾ ਕਿਉਂਕਿ 0 ਮੈਟ੍ਰਿਕਸ ਨਹੀਂ ਹੈਗੀ। ਹੁਣ ਆਪਾਂ ਡਿਟਰਮਿਨ ਕਰਨਾ ਵਾ ਕਿ ਜਦੋਂ ਐਕਸ ਦੀ ਵੈਲਿਊ 4 ਆ ਉਦੋਂ ਰੈਂਕ ਕਿੰਨਾ ਵਾ, ਜਦੋਂ ਐਕਸ ਦੀ ਵੈਲਿਊ 9 ਆ ਉਦੋਂ ਰੈਂਕ ਕਿੰਨਾ ਵਾ, ਅਤੇ ਜਦੋਂ ਐਕਸ ਦੀ ਵੈਲਿਊ -1 ਆ ਉਦੋਂ ਰੈਂਕ ਕਿੰਨਾ ਵਾ। ਫਰਦਰ ਆਪਾਂ ਇਹਨੂੰ ਸੋਲਵ ਕਰਕੇ ਦੇਖਿਆ ਵਾ। ਸਭ ਤੋਂ ਪਹਿਲਾਂ ਆਪਾਂ ਚੈੱਕ ਕਰਾਂਗੇ ਕਿ ਜਦੋਂ ਐਕਸ ਦੀ ਵੈਲਿਊ 4 ਆ ਉਦੋਂ ਰੈਂਕ ਕੀ ਹੋਏਗਾ। ਜਦੋਂ ਐਕਸ ਦੀ ਵੈਲਿਊ 4 ਆ ਆਪਾਂ ਇਸ ਮੈਟ੍ਰਿਕਸ ਦੇ ਵਿੱਚ ਐਕਸ ਦੀ ਥਾਂ 'ਤੇ 4 ਪੁੱਟ ਕਰਤਾ, ਆਪਣੇ ਕੋਲ ਆਹ ਚੀਜ਼ ਬਣ ਗਈ, ਆਪਣੇ ਕੋਲ ਨਵੀਂ ਮੈਟ੍ਰਿਕਸ ਬਣ ਗਈ। ਹੁਣ ਬੇਟਾ ਆਟੋਮੈਟਿਕਲੀ ਅੰਡਰਸਟੂਡ ਆ, ਜੇ ਤਾਂ ਤੁਸੀਂ ਇਸ ਮੈਟ੍ਰਿਕਸ ਦਾ ਡਿਟਰਮੀਨੈਂਟ ਫਾਈਂਡ ਕਰੋਗੇ ਅਤੇ ਇਸ ਮੈਟ੍ਰਿਕਸ ਦਾ ਡਿਟਰਮੀਨੈਂਟ 0 ਆਊਗਾ। ਕਾਹਤੋਂ? ਕਿਉਂਕਿ ਉਹ ਤਾਂ ਆਪਾਂ ਨੂੰ ਇੱਥੇ ਹੀ ਪਤਾ ਵਾ ਕਿ ਜੇ ਐਕਸ ਦੀ ਵੈਲਿਊ 4 ਹੋਵੇ ਅਤੇ ਡਿਟਰਮੀਨੈਂਟ ਕਿੰਨਾ ਬਣ ਜਾਣਾ ਵਾ, ਡਿਟਰਮੀਨੈਂਟ ਬਣ ਜਾਣਾ ਵਾ 0। ਇਸ ਕਰਕੇ ਇਹਦਾ ਰੈਂਕ 3 'ਤੇ ਹੋ ਨਹੀਂ ਸਕਦਾ, ਇਸ ਮੈਟ੍ਰਿਕਸ ਦਾ ਰੈਂਕ 3 'ਤੇ ਹੋ ਨਹੀਂ ਸਕਦਾ। ਜੇ ਰੈਂਕ 3 ਨਹੀਂ ਹੋ ਸਕਦਾ ਅਤੇ ਉਹ ਤੋਂ ਥੱਲੇ ਆਪਾਂ ਗੱਲ ਕੀਤੀ ਰੈਂਕ ਹੋ ਸਕਦਾ ਕਿ 2 ਹੋਵੇ। ਉਹਦੇ ਵਾਸਤੇ ਆਪਾਂ ਕੀ ਕੀਤਾ, ਇਹਦੇ ਵਿੱਚੋਂ ਇੱਕ 2x2 ਆਰਡਰ ਦਾ ਮਾਈਨਰ ਚੁਣ ਲਿਆ। ਮਾਈਨਰ ਕੀ ਹੁੰਦਾ ਮੈਂ ਦੱਸਿਆ ਸੀ ਤੁਹਾਨੂੰ। ਠੀਕ ਆ, ਚਾਹੇ ਤੁਸੀਂ ਆਹ ਚੁਣ ਲਓ ਜਿਹੜਾ ਮੈਂ ਟਿਕ ਕੀਤਾ, ਚਾਹੇ ਆਹ ਚੁਣ ਲਓ। ਠੀਕ ਆ, ਆਪਾਂ ਇਹਦਾ ਡਿਟਰਮੀਨੈਂਟ ਫਾਈਂਡ ਕੀਤਾ ਅਤੇ ਇਹਦਾ ਡਿਟਰਮੀਨੈਂਟ ਆਪਣੇ ਕੋਲ ਆ ਗਿਆ ਨਾਨ ਜ਼ੀਰੋ। ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਵਾਂ ਕਿ ਰੈਂਕ ਹੁੰਦਾ ਕੀ ਹੈ, ਰੈਂਕ ਇਜ਼ ਦਾ ਆਰਡਰ ਆਫ ਦਾ ਲਾਰਜੈਸਟ ਨਾਨ ਵੈਨਿਸ਼ਿੰਗ ਮਾਈਨਰ। ਰੈਂਕ ਹੁੰਦਾ ਕੀ ਹੈ, ਰੈਂਕ ਹੁੰਦਾ ਵਾ ਆਰਡਰ। ਕਾਹਦਾ ਆਰਡਰ? ਮਾਈਨਰ ਦਾ ਆਰਡਰ। ਮਾਈਨਰ ਕਿਹਨੂੰ ਆਉਂਦੇ ਆ? ਡਿਟਰਮੀਨੈਂਟ ਨੂੰ। ਓਕੇ, ਜਿਹੜਾ ਥਰਡ ਆਰਡਰ ਦਾ ਮਾਈਨਰ ਹੈਗਾ ਸੀ ਉਹ ਤਾਂ ਵੈਨਿਸ਼ ਕਰਦਾ ਵਾ, ਆਪਾਂ ਵੇਖ ਚੁੱਕੇ ਹਾਂ ਜਦੋਂ ਐਕਸ ਦੀ ਵੈਲਿਊ 4 ਹੋਵੇ। ਓਕੇ, ਫਰਦਰ ਆਪਾਂ ਚੈੱਕ ਕਰਨਾ ਵਾ। ਹੁਣ ਇਸ ਪਾਰਟ 'ਚ ਆਪਾਂ ਫਾਈਂਡ ਕਰ ਲਿਆ ਕਿ ਜਦੋਂ ਐਕਸ ਦੀ ਵੈਲਿਊ 4 ਹੈਗੀ ਆ 3x3 ਆਰਡਰ ਦਾ ਡਿਟਰਮੀਨੈਂਟ ਤਾਂ 0 ਬਣ ਜਾਏਗਾ, ਪਰ ਜਿਹੜਾ ਸੈਕਿੰਡ ਆਰਡਰ ਦਾ ਡਿਟਰਮੀਨੈਂਟ ਹੈਗਾ ਉਹ 0 ਨਹੀਂ ਬਣਦਾ। ਇਹਦਾ ਮਤਲਬ ਇਸ ਸਟੈਪ ਦੇ ਵਿੱਚ ਹੁਣ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਮੈਟ੍ਰਿਕਸ ਹੈਗੀ ਆਪਣੇ ਕੋਲ ਗਿਵਨ ਮੈਟ੍ਰਿਕਸ, ਜੇ ਐਕਸ ਦੀ ਵੈਲਿਊ 4 ਹੋਵੇ ਅਤੇ ਉਹਦਾ ਰੈਂਕ ਕਿੰਨਾ ਵਾ, ਉਹਦਾ ਰੈਂਕ ਹੈਗਾ ਵਾ 2। ਓਕੇ, ਉਹਦਾ ਰੈਂਕ ਹੈਗਾ ਵਾ 2 ਦੇ ਬਰਾਬਰ। ਇਸੇ ਤਰੀਕੇ ਨਾਲ ਬੇਟਾ ਇਹਨੂੰ ਆਪਾਂ ਸੋਲਵ ਕਰਕੇ ਦੇਖਣਾ ਕਿ ਜਦੋਂ ਐਕਸ ਦੀ ਵੈਲਿਊ 9 ਆ ਉਦੋਂ ਰੈਂਕ ਕਿੰਨਾ ਵਾ, ਅਤੇ ਜਦੋਂ ਐਕਸ ਦੀ ਵੈਲਿਊ -1 ਆ ਉਦੋਂ ਰੈਂਕ ਕਿੰਨਾ ਵਾ। ਕਲੀਅਰ ਬੇਟਾ? ਓਕੇ, ਸੇਮ ਬੇਟਾ ਆਪਾਂ ਚੈੱਕ ਕਰਾਂਗੇ ਕਿ ਜਦੋਂ ਐਕਸ ਦੀ ਵੈਲਿਊ 9 ਆ ਅਤੇ -1 ਆ ਉਦੋਂ ਰੈਂਕ ਕਿੰਨਾ ਵਾ। ਓਕੇ, ਇਸੇ ਤਰੀਕੇ ਨਾਲ ਆਪਾਂ ਐਕਸ ਦੀ ਥਾਂ 'ਤੇ 9 ਪੁੱਟ ਕੀਤਾ ਗਿਵਨ ਮੈਟ੍ਰਿਕਸ ਦੇ ਵਿੱਚ। ਜਦੋਂ ਆਪਾਂ ਐਕਸ ਦੀ ਜਗ੍ਹਾ 'ਤੇ 9 ਪੁੱਟ ਕੀਤਾ ਫਿਰ ਉਹ ਗੱਲ
कि एस मैट्रिक्स का जिहड़ा डिटर्मिनेंट है आपां नूं पता वा कि 0 होएगा। ਆਪਾਂ ਪਹਿਲਾਂ ਹੀ ਇਹ ਗੱਲਾਂ ਕਰ ਚੁੱਕੇ ਹਾਂ ਕਿ ਜਦੋਂ x ਦੀ ਵੈਲਿਊ 9 ਆ 4 ਆ ਜਾਂ -1 ਆ a ਦਾ ਡਿਟਰਮੀਨੈਂਟ 0 ਹੋਊਗਾ। ਇਹਦਾ ਮਤਲਬ ਕਿ a ਦਾ ਡਿਟਰਮੀਨੈਂਟ ਲੱਭਣ ਦੀ ਲੋੜ ਨਹੀਂ ਹੈਗੀ। ਆਪਾਂ ਇਹਦੇ ਵਿੱਚੋਂ 2x2 ਆਰਡਰ ਦਾ ਇੱਕ ਮਾਈਨਰ ਚੁਣਿਆ। ਆਪਾਂ ਇਹਦਾ ਡਿਟਰਮੀਨੈਂਟ ਫਾਈਂਡ ਕੀਤਾ ਤੇ ਇਹਦਾ ਡਿਟਰਮੀਨੈਂਟ ਕਿੰਨਾ ਆ ਗਿਆ ਆਪਣੇ ਕੋਲ? ਇਹਦਾ ਡਿਟਰਮੀਨੈਂਟ ਆ ਗਿਆ 0। ਇਹਦਾ ਮਤਲਬ ਕਿ ਸੌਰੀ ਆ ਗਿਆ ਨॉन 0। ਇਹਦਾ ਮਤਲਬ ਕਿ ਐਸ ਮੈਟ੍ਰਿਕਸ ਦਾ ਰੈਂਕ ਜਦੋਂ x ਦੀ ਵੈਲਿਊ 9 ਆ ਕਿੰਨਾ ਹੋਏਗਾ? 2। ਸੇਮ ਇਹੋ ਪ੍ਰੋਸੈਸ ਆਪਾਂ ਰਿਪੀਟ ਕੀਤਾ 1 ਵਾਸਤੇ ਅਤੇ ਆਪਾਂ ਨੂੰ ਪਤਾ ਲੱਗ ਗਿਆ ਕਿ ਜਦੋਂ x ਦੀ ਵੈਲਿਊ 1 ਹੈਗੀ ਆ ਉਦੋਂ ਵੀ ਮੈਟ੍ਰਿਕਸ ਦਾ ਰੈਂਕ ਕਿੰਨਾ ਹੋਏਗਾ? 2। ਸਮਝ ਲੱਗੀ ਬੇਟਾ ਸਾਰਿਆਂ ਨੂੰ? ਆ ਬੇਟਾ ਇਹਨਾਂ ਨੇ ਗਲਤ ਕੀਤਾ ਵਾ। x ਦੀ ਥਾਂ 'ਤੇ ਆਪਾਂ ਪੁੱਟ ਕਰਨਾ ਸੀ -1, ਇਹਨਾਂ ਨੇ 1 ਪੁੱਟ ਕਰਕੇ ਕੀਤਾ ਵਾ। ਤੁਸੀਂ ਚੈੱਕ ਕਰ ਲਿਓ ਕਿਤੇ ਮਿਸ ਪ੍ਰਿੰਟਿੰਗ ਇੱਥੇ ਹੀ ਹੈ ਕਿ ਇਹਦੇ ਵਿੱਚ ਵੀ ਹੈਗੀ ਹੈ, ਅਤੇ ਇਹਦੇ ਅਕੋਰਡਿੰਗ ਤੁਸੀਂ ਸੋਲਵ ਕਰਕੇ ਦੇਖਿਓ। ਜੇ ਤਾਂ ਇਹਦਾ ਡਿਟਰਮੀਨੈਂਟ ਵੀ 0 ਬਣ ਜਾਂਦਾ, ਇਹਦਾ ਡਿਟਰਮੀਨੈਂਟ ਤਾਂ 0 ਹੈਗਾ ਆਪਾਂ ਨੂੰ ਪਤਾ ਹੀ ਹੈ। ਜੇ ਇਹਦਾ ਵੀ ਡਿਟਰਮੀਨੈਂਟ 0 ਹੋ ਜਾਂਦਾ ਤਾਂ ਫਿਰ ਆਪਾਂ ਸਿੱਧਾ ਕਹਿ ਦੇਣਾ ਹੈ ਕਿ ਮੈਟ੍ਰਿਕਸ ਦਾ ਰੈਂਕ 1 ਆ। ਠੀਕ ਆ, ਕਿਉਂਕਿ ਰੈਂਕ ਹੁੰਦਾ ਕੀ ਹੈ? ਰੈਂਕ ਇਜ਼ ਦਾ ਆਰਡਰ ਆਫ ਦਾ ਲਾਰਜੈਸਟ ਨੋਨ ਵੈਨਿਸ਼ਿੰਗ ਮਾਈਨਰ। ਠੀਕ ਹੈ, ਇਸ ਗੱਲ ਨੂੰ ਯਾਦ ਰੱਖਣਾ। ਨੈਕਸਟ ਡਾਊਟ ਬੇਟਾ ਤੁਹਾਡਾ ਹੈਗਾ ਸੀ ਆਹ ਵਾਲਾ ਕੁਐਸਚਨ, 7th ਕੁਐਸਚਨ ਤੁਹਾਡੀ ਬੁੱਕ ਦਾ। ਆਪਾਂ ਇਸ ਮੈਟ੍ਰਿਕਸ ਦਾ ਰੈਂਕ ਫਾਈਂਡ ਕਰਨਾ ਵਾ। ਹੁਣ ਆ ਜਿਹੜੀ ਮੈਟ੍ਰਿਕਸ ਆਪਾਂ ਨੂੰ ਗਿਵਨ ਹੈਗੀ ਇਹਦਾ ਆਰਡਰ ਹੈਗਾ 4x4। ਇਹਦਾ ਮਤਲਬ ਕਿ ਇਸ ਮੈਟ੍ਰਿਕਸ ਦਾ ਜਿਹੜਾ ਰੈਂਕ ਆ ਵੱਧ ਤੋਂ ਵੱਧ ਕਿੰਨਾ ਹੋ ਸਕਦਾ? 4। ਅਤੇ ਆਪਾਂ ਪੁਰਾਣੀ ਵੀਡੀਓਜ਼ ਦੇ ਵਿੱਚ ਵੀ ਗੱਲ ਕਰ ਚੁੱਕੇ ਹਾਂ ਕਿ ਜਦੋਂ ਮੈਟ੍ਰਿਕਸ ਦਾ ਰੈਂਕ 3 ਤੋਂ ਵੱਡਾ ਹੋਵੇ ਜਾਂ ਮੈਟ੍ਰਿਕਸ ਦਾ ਆਰਡਰ 3x3 ਤੋਂ ਵੱਡਾ ਹੋਵੇ ਜਾਂ ਹੋ ਸਕਦਾ ਹੋਵੇ, ਮੈਟ੍ਰਿਕਸ ਦਾ ਆਰਡਰ 3x3 ਤੋਂ ਵੱਡਾ ਹੋਵੇ ਅਤੇ ਜਿਹੜਾ ਮੈਟ੍ਰਿਕਸ ਦਾ ਰੈਂਕ ਆ ਉਹ 3 ਤੋਂ ਵੱਡੇ ਹੋ ਸਕਦਾ ਹੋਵੇ। ਅਤੇ ਆਪਾਂ ਕੀ ਕਰਦੇ ਹਾਂ ਉਸ ਕੇਸ ਦੇ ਵਿੱਚ? ਸੈਕਿੰਡ ਮੈਥਡ ਯੂਜ਼ ਕਰਦੇ ਹਾਂ ਐਲੀਮੈਂਟਰੀ ਟਰਾਂਸਫੋਰਮੇਸ਼ਨਸ ਦਾ ਰੈਂਕ ਫਾਈਂਡ ਕਰਨ ਵਾਸਤੇ। ਇਸ ਐਗਜ਼ਾਮਪਲ ਦੇ ਵਿੱਚ ਵੀ ਆਪਾਂ ਉਹ ਮੈਥਡ ਯੂਜ਼ ਕੀਤਾ ਵਾ ਐਲੀਮੈਂਟਰੀ ਟਰਾਂਸਫੋਰਮੇਸ਼ਨ ਦਾ, ਜਿਹੜਾ ਆਪਾਂ ਐਕਸਰਸਾਈਜ਼ 1B 'ਚ ਯੂਜ਼ ਕੀਤਾ ਵਾ ਰੈਂਕ ਫਾਈਂਡ ਕਰਨ ਵਾਸਤੇ। ਹੁਣ ਐਲੀਮੈਂਟਰੀ ਟਰਾਂਸਫੋਰਮੇਸ਼ਨ ਦੇ ਮੈਥਡ ਦੇ ਅਕੋਰਡਿੰਗ ਕਿ ਜਿਹੜਾ ਫਸਟ ਐਲੀਮੈਂਟ ਹੈ 1 ਹੋਣਾ ਚਾਹੀਦਾ ਵਾ, ਪਰ ਫਸਟ ਐਲੀਮੈਂਟ ਕਿੰਨਾ ਹੈਗਾ ਸੀ? 2। 1 ਹੈਗਾ ਸੀ ਆ ਥੱਲੇ ਸੈਕਿੰਡ ਰੋ ਦੇ ਵਿੱਚ। ਇਸ ਕਰਕੇ ਪਹਿਲਾ ਸਟੈਪ ਮੈਂ ਕੀ ਕੀਤਾ? ਮੈਂ ਪਹਿਲੇ ਸਟੈਪ 'ਚ ਫਸਟ ਰੋ ਅਤੇ ਸੈਕਿੰਡ ਰੋ ਨੂੰ ਇੰਟਰਚੇਂਜ ਕਰਤਾ। ਠੀਕ, ਇੰਟਰਚੇਂਜ ਕਰਕੇ ਜਿਹੜਾ ਪ੍ਰਾਇਮਰੀ ਐਲੀਮੈਂਟ ਹੈਗਾ ਮੇਰਾ ਉਹਨੂੰ ਮੈਂ 1 ਬਣਾ ਤਾ। ਜਿਹੜਾ ਮੇਨ ਡਾਇਗਨਲ ਐਲੀਮੈਂਟ ਹੈਗਾ ਮੇਰਾ ਉਹਨੂੰ ਮੈਂ 1 ਬਣਾ ਤਾ। ਉਸ ਤੋਂ ਬਾਅਦ ਮੈਂ ਆਹ ਵਾਲੀਆਂ ਰੋ ਟਰਾਂਸਫੋਰਮੇਸ਼ਨਸ ਯੂਜ਼ ਕੀਤੀਆਂ ਨੈਕਸਟ ਸਟੈਪ ਦੇ ਵਿੱਚ, ਅਤੇ ਆਹ ਵਾਲੀ ਰੋ ਟਰਾਂਸਫੋਰਮੇਸ਼ਨਸ ਯੂਜ਼ ਕਰਕੇ ਮੈਂ ਤਿੰਨੇ ਐਲੀਮੈਂਟਸ ਨੂੰ 0 ਬਣਾ ਦਿੱਤਾ, ਜਿੱਦਾਂ ਆਪਾਂ ਪਹਿਲਾਂ ਵੀ ਕਰਦੇ ਰਹੇ ਹਾਂ। ਹੁਣ ਅਗਲਾ ਕੰਮ ਹੈਗਾ ਆਪਣਾ S5 ਦੀ ਜਗ੍ਹਾ 'ਤੇ 0 ਬਣਾਈਏ, S5 ਦੀ ਜਗ੍ਹਾ 'ਤੇ 1 ਬਣਾਈਏ। ਹੁਣ S5 ਦੀ ਜਗ੍ਹਾ 'ਤੇ 1 ਬਣਾਉਣ ਵਾਸਤੇ ਮੈਂ ਆਹ ਟਰਾਂਸਫੋਰਮੇਸ਼ਨ ਯੂਜ਼ ਕੀਤੀ। ਠੀਕ ਆ, ਦਿਮਾਗ ਬੇਟਾ ਆਪਾਂ ਆਪਣਾ ਲਗਾਉਣਾ ਵਾ। ਹੁਣ ਇਹਦੇ ਨਾਲ ਕੁਐਸਚਨ ਹੋਰ ਥੋੜ੍ਹਾ ਸੌਖਾ ਹੋ ਗਿਆ। 5 ਦੀ ਜਗ੍ਹਾ 'ਤੇ 1 ਬਣਾਉਣ ਵਾਸਤੇ ਇੰਟਰਚੇਂਜ ਕਰਨ ਦਾ ਤਾਂ ਕੋਈ ਫਾਇਦਾ ਹੈ ਹੀ ਨਹੀਂ, ਕਿਉਂਕਿ ਐਲੀਮੈਂਟ ਹੈਗਾ ਹੀ 5, 4, 9। ਇੰਟਰਚੇਂਜ ਕਰਨ ਦਾ ਤਾਂ ਫਾਇਦਾ ਹੀ ਕੋਈ ਨਹੀਂ। ਇਸ ਕਰਕੇ ਮੈਂ ਆਹ ਵਾਲੀ ਟਰਾਂਸਫੋਰਮੇਸ਼ਨ ਯੂਜ਼ ਕੀਤੀ। ਕਲੀਅਰ? ਹੁਣ ਜਦੋਂ ਮੈਂ ਆਹ ਵਾਲੀ ਟਰਾਂਸਫੋਰਮੇਸ਼ਨ ਯੂਜ਼ ਕੀਤੀ ਆ, S5 ਦੀ ਜਗ੍ਹਾ 'ਤੇ ਮੇਰਾ ਬਣ ਗਿਆ 1। S5 ਦੀ ਜਗ੍ਹਾ 'ਤੇ ਮੇਰਾ ਬਣ ਗਿਆ 1। ਕਲੀਅਰ? ਓਕੇ। ਫਰਦਰ ਇਸ 1 ਨੂੰ ਯੂਜ਼ ਕਰਕੇ S1 ਨੂੰ ਯੂਜ਼ ਕਰਕੇ ਜਿਹੜੇ ਆ ਥੱਲੇ 2 ਐਲੀਮੈਂਟ ਹੈਗੇ ਆ 4 ਅਤੇ 9, ਮੈਂ ਇਹਨਾਂ ਨੂੰ 0 ਬਣਾਇਆ। ਇਹਨਾਂ ਨੂੰ 0 ਬਣਾ ਤਾ। ਟਰਾਂਸਫੋਰਮੇਸ਼ਨ ਜਿਹੜੀ ਯੂਜ਼ ਕੀਤੀ ਉਹ ਤੁਹਾਡੇ ਸਾਹਮਣੇ ਹੈ। ਓਕੇ, ਪਹਿਲਾਂ ਤਾਂ ਆਹ 3 0 ਬਣਾਈਆਂ, ਫਿਰ ਆਹ 2 0 ਬਣਾਈਆਂ। ਉਸ ਤੋਂ ਬਾਅਦ ਹੁਣ ਆਪਾਂ ਨੂੰ ਵੇਖਿਆ ਪਤਾ ਲੱਗਣ ਡਿਆ ਕਿ ਜਿਹੜਾ ਥਰਡ ਰੋ ਹੈਗਾ ਵਾ ਉਹਦੇ ਵਿੱਚ 11 ਕਾਮਨ ਹੈਗਾ ਵਾ, ਅਤੇ ਜਿਹੜਾ 4th ਰੋ ਹੈਗਾ ਇਹਦੇ ਵਿੱਚ 22 ਕਾਮਨ ਹੈਗਾ ਵਾ। ਇਸ ਕਰਕੇ ਮੈਂ ਥਰਡ ਰੋ ਨੂੰ 11 ਨਾਲ ਡਿਵਾਈਡ ਕਰਤਾ ਅਤੇ 4th ਰੋ ਨੂੰ 22 ਨਾਲ ਡਿਵਾਈਡ ਕਰਤਾ। ਇਹ ਵਾਲੀ ਟਰਾਂਸਫੋਰਮੇਸ਼ਨ ਲਗਾਉਣ ਤੋਂ ਬਾਅਦ 'ਚ ਜਿਹੜਾ ਥਰਡ ਰੋ ਅਤੇ 4th ਰੋ ਆ ਉਹ ਮੇਰੇ ਕੋਲ ਬਣ ਗਿਆ 0 0 3 2 0 0 3 2। ਓਕੇ, ਉਸ ਤੋਂ ਬਾਅਦ ਮੈਂ ਟਰਾਂਸਫੋਰਮੇਸ਼ਨ ਯੂਜ਼ ਕੀਤੀ ਆ
R4 माइनस R3 इत्थे मैं लिखी नहीं है, मैं लिखन लगा वां ट्रांसफॉर्मेशन जिहड़ी हुण मैं फरदर लास्ट स्टैप 'च यूज़ कीती है वो किहड़ी आ, वो हैगी आ R4 माइनस R3। मैं आह वाली ट्रांसफॉर्मेशन यूज़ की। जो आह वाली ट्रांसफॉर्मेशन मैं यूज़ करांगा आ चीज़ 0 बन जानी है। जिद्दां लास्ट स्टैप दे विच तुसीं वेख ही सकदे जे कि ये की बन गया, 0 बन गया। ठीक, हुण जिहदे लास्ट मैट्रिक्स वाल तुसीं देखोगे ये एक्लन फॉर्म दे विच कन्वर्ट हो चुकी है, पर ये प्रॉपर एक्लन फॉर्म नहीं है, ये हैगा वा रो एक्लन फॉर्म, क्योंकि मैं रो ट्रांसफॉर्मेशनस लगा के इन्हां नूं 0 बनाया वा। ठीक है, प्रॉपर एक्लन फॉर्म कदों हुंदा वा कि जदों सिर्फ आह वाले एलीमेंट जिन्होंने आपां डायगनल एलीमेंट कहने ये नॉन जीरो होण ते बाकी सारे जीरो हो जाण, आ भी जीरो हो जाए तो आ भी जीरो हो जाए। ਜਿਹੜੇ डायगनल एलीमेंट तो उत्ते एलीमेंट वो भी जीरो हो जाते, थैलड़े भी जीरो हो जाना, उन्होंने आप प्रॉपर कहने आ एक्लन फॉर्म। उन्होंने आप कहने एक्लन फॉर्म। जिहड़ी हुण आप बनाई है वो हैगी आ रो एक्लन फॉर्म। रो एक्लन फॉर्म का तो क्योंकि आप इन्हां नूं 0 बनाता वा, इन्हां नूं 0 नहीं बनाया आप। ओके, हुण रो एक्लन फॉर्म जो आप बना देंगे उतों आपको मिलता वा रो रैंक। नंबर ऑफ नॉन जीरो रोज़ किन्ने, नंबर ऑफ नॉन जीरो रोज़ है 3। ये अपने को नंबर ऑफ नॉन जीरो रो किन्ने, नंबर ऑफ नॉन जीरो रो है 3। तुसीं काउंट करके देख लो, क्योंकि 4th रो तो 0 हो गया। रो रैंक किसी भी मैट्रिक्स का काहदे बराबर हुंदा वा, नंबर ऑफ नॉन जीरो रोज़, तो नंबर ऑफ नॉन जीरो रोज़ किन्ने 3। इस करके आप कह सकते हैं कि इस मैट्रिक्स का जिहड़ा रो रैंक है वो 3 है। तो आ जिहड़ी मैट्रिक्स आपां लास्ट च कन्वर्ट की है, ये आपां नूं दिख रहा है कि प्रॉपर रो एक्लन फॉर्म च हैगी है। तो जिद्दां मैं लास्ट लैक्चर च भी तुहानूं कहा कि इस मैट्रिक्स का ऑर्डर हैगा वा 4x4। इन्हां दोवां दे विच्चों किहड़ी चीज़ वध हैगी है, दोवें इक्को जिही है। ठीक है, इस करके मैं रो ट्रांसफॉर्मेशन लगा के आ रिजल्ट ऑबटेन कर लिया। इस मैट्रिक्स का रैंक कितना वा, इस मैट्रिक्स का रैंक हैगा वा 3। जे आप डिटर्मिनेंट के तरीके इस क्वेश्चन को सॉल्व करते, क्वेश्चन बहुत लेंथी हो जाना है। इस करके आप सैकेंड मैथड यूज़ किया एलीमेंटरी ट्रांसफॉर्मेशनस वाला। ओके, लास्ट डाउट बेटा तुहाडा हैगा काफ़ी बच्चों का। ये 3 क्वेश्चन इक्को जिहे हैगे आ। ठीक है, हुण इहदे विच आपां नूं 3 अननोन दिते आ, A B ते C। जिद्दां फर्स्ट क्वेश्चन आप कीता उहदे विच सिर्फ X हैगा ही, इहदे विच 3 चीज़ां वा A B ते C। हुण आपां इत्थे रैंक फाइंड करने वास्ते सब तो पहला इहदा डिटर्मिनेंट फाइंड किया। जिद्दां X वाले क्वेश्चन च कीता ही, इहदे विच भी आपां की कीता, डिटर्मिनेंट फाइंड किया। याद रखो कि जे तो आपां नूं डिटर्मिनेंट इस फॉर्म च लभदा वा, फैक्टर फॉर्म च, आ फैक्टर बने ना, 1 फैक्टर आ, 2 फैक्टर आ, 3 फैक्टर। जे तो फैक्टर बने हैं तो फिर रैंक फाइंड करना बहुत सौखा हो जाता वा। जे फैक्टर नहीं बने इत्थे तो फिर रैंक फाइंड करना औखा हुंदा वा। मतलब समझना औखा वा, रैंक फाइंड करना तो नहीं औखा, तुहानूं समझना औखा पएगा। इस करके कोशिश करो कि प्रॉपर एलीमेंटरी ट्रांसफॉर्मेशनस यूज़ करके रैंक डिटर्मिनेंट फाइंड करो। तो डिटर्मिनेंट हमेशा फाइंड करो इन टर्म्स ऑफ फैक्टर्स। ओके, इन्हां नूं फैक्टर कहंदे आ। ओके, हुण इत्थों तक आपां ये तो फाइंड कर लिया कि डिटर्मिनेंट है कितना वा इस स्टैप तक, पर अपना मेन काम हैगा वा रैंक फाइंड करना कि जदों A B ते C की वैल्यू डिफरेंट होणगियां उदों रैंक की हो सकता वा। ठीक है, स्टार्ट किया आपां सब तो पहला केस 1 बनाया। केस 1 दे विच आपां लिखिया वा इत्थे कि जे A B ते C तिन्ने डिफरेंट होण, A B ते C तिन्ने डिफरेंट होण, तो फिर आ वेखो ध्यान नाल तुहानूं समझाउण वास्ते मैं इत्थे साइड ते लिखता वा। मैं सपोज करो लैट कर लिया A कितना वा 1, B कितना वा 2, C कितना वा 3। जदों आ वाली वैल्यूज़ तुसीं इत्थे पुट करोगे तो डिटर्मिनेंट की वैल्यू की आनी है, डिटर्मिनेंट की वैल्यू आनी है तुहाडे कोल नॉन जीरो। डिटर्मिनेंट की वैल्यू तुहाडे कोल आनी है नॉन जीरो। ਇਹਦਾ मतलब कि जे A B ਤੇ C ਤਿੰਨੇ डिफरेंट होन, मैट्रिक्स का डिटर्मिनेंट 0 नहीं होगा, ਇਹਦਾ मतलब रैंक कितना होगा, फिर रैंक होगा 3।
ਇੱਦਾਂ ਵੀ ਹੋ ਸਕਦਾ ਵਾ ਕਿ A ਤੇ B ਦੋ ਬਰਾਬਰ ਹੋਣ। ਓਕੇ, A ਤੇ B ਦੋ ਬਰਾਬਰ ਹੋਣ, ਪਰ ਜਿਹੜਾ C ਆ C ਡਿਫਰੈਂਟ ਹੋਵੇ। ਠੀਕ ਹੈ, ਇਹ ਵੀ ਪੋਸੀਬਲ ਹੈਗਾ ਵਾ ਕਿ A B ਤੇ C ਤਿੰਨਾਂ ਦੇ ਵਿੱਚੋਂ ਕੋਈ ਦੋ ਬਰਾਬਰ ਹੋਣ ਅਤੇ ਤੀਸਰਾ ਡਿਫਰੈਂਟ ਹੋਵੇ। ਆਹ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਮੈਂ ਐਗਜ਼ਾਮਪਲ ਲਿਖੀ ਆ। ਸਪੋਜ਼ ਕਰੋ ਕਿ ਮੈਂ ਲੈਟ ਕਰ ਲਿਆ A 1 ਆ, B 1 ਆ ਅਤੇ C ਕਿੰਨਾ ਵਾ, C ਹੈਗਾ ਵਾ 2 ਦੇ ਬਰਾਬਰ। ਜਦੋਂ ਮੈਂ ਇਹਦੇ ਵਿੱਚ A ਨੂੰ 1 ਪੁੱਟ ਕਰ ਦੂੰਗਾ, B ਨੂੰ 1 ਪੁੱਟ ਕਰੂੰਗਾ ਅਤੇ C ਨੂੰ ਫਿਰ 2 ਪੁੱਟ ਕਰ ਦੂੰਗਾ, ਅਤੇ ਮੇਰੇ ਕੋਲ ਜਿਹੜਾ ਡਿਟਰਮੀਨੈਂਟ ਹੈਗਾ ਵਾ ਇਸ ਮੈਟ੍ਰਿਕਸ ਦਾ ਉਹ ਬਣ ਜਾਣਾ ਵਾ ਨੋਨ ਜ਼ੀਰੋ, ਸੌਰੀ ਜ਼ੀਰੋ ਬਣ ਜਾਣਾ ਵਾ। ਆ ਵੇਖੋ ਧਿਆਨ ਨਾਲ, ਜਦੋਂ A ਤੇ B ਬਰਾਬਰ ਹੋਏ ਤਾਂ ਆ ਜ਼ੀਰੋ ਬਣ ਗਿਆ ਨਾ। ਓਕੇ, ਥਰਡ ਕੇਸ ਹੈਗਾ ਬੇਟਾ ਜਦੋਂ ਆਪਣੇ ਕੋਲ A B ਅਤੇ C ਤਿੰਨੇ ਬਰਾਬਰ ਹੋਣ, A ਵੀ B ਵੀ ਅਤੇ C ਵੀ ਤਿੰਨੇ ਬਰਾਬਰ ਹੋਣ। ਸਪੋਜ਼ ਕਰੋ ਕਿ ਮੈਂ ਲੈਟ ਕਰ ਲਾ ਕਿ A B C ਤਿੰਨੇ ਹੈਗੇ 1 ਦੇ ਬਰਾਬਰ, ਅਤੇ ਜੇ A B C ਤਿੰਨੇ 1 ਆ, ਇਸ ਚੀਜ਼ ਨੇ ਤਾਂ ਜ਼ੀਰੋ ਬਣਨਾ ਹੀ ਬਣਨਾ ਵਾ, ਇਸ ਚੀਜ਼ ਨੇ ਤਾਂ ਜ਼ੀਰੋ ਬਣਨਾ ਹੀ ਬਣਨਾ ਵਾ। ਓਕੇ, ਇਹਦੇ ਵਿੱਚ ਤੁਸੀਂ ਪੁੱਟ ਕਰਕੇ ਵੇਖ ਲਓ ਬੇਸ਼ੱਕ, ਜਦੋਂ ਇਹਦੇ ਵਿੱਚ ਤੁਸੀਂ ਹੁਣ ਡਿਟਰਮੀਨੈਂਟ ਤਾਂ ਜ਼ੀਰੋ ਬਣ ਗਿਆ, ਪਤਾ ਲੱਗਿਆ ਆਪਾਂ ਨੂੰ, ਇਹਦਾ ਮਤਲਬ ਕਿ ਰੈਂਕ ਜਿਹੜਾ ਹੈਗਾ ਵਾ ਰੈਂਕ 3 ਨਹੀਂ ਹੋ ਸਕਦਾ। ਕਿਉਂ 3 ਨਹੀਂ ਹੋ ਸਕਦਾ? ਕਿਉਂਕਿ ਡਿਟਰਮੀਨੈਂਟ ਤਾਂ ਜ਼ੀਰੋ ਬਣ ਗਿਆ। ਜੇ ਰੈਂਕ 3 ਨਹੀਂ ਹੋ ਸਕਦਾ, ਹੁਣ ਆਪਾਂ ਇਹਦੇ ਵੱਲ ਦੇਖੀਏ ਧਿਆਨ ਨਾਲ, ਜੇ ਰੈਂਕ 3 ਨਹੀਂ ਹੋ ਸਕਦਾ, ਹੁਣ ਆਪਾਂ ਇਹਦੇ ਵੱਲ ਧਿਆਨ ਨਾਲ ਵੇਖੀਏ, ਰੈਂਕ ਕਿੰਨਾ ਹੋ ਸਕਦਾ? 3 ਤੋਂ ਛੋਟਾ ਨੰਬਰ ਕਿਹੜਾ ਵਾ? 2 ਹੋ ਸਕਦਾ, ਰੈਂਕ 2 ਹੋਵੇ। ਠੀਕ, ਹੁਣ ਜਦੋਂ ਆਪਾਂ ਸਪੋਜ਼ ਕਰੋ ਇਹਦੇ ਵਿੱਚ ਪੁੱਟ ਕਰਤਾ A1 B1 ਅਤੇ C ਵੀ 1, ਅਤੇ ਆ ਜਿਹੜੀ ਮੈਟ੍ਰਿਕਸ ਆ ਮੈਂ ਲਿਖਣ ਲੱਗਾ ਇੱਥੇ, ਧਿਆਨ ਨਾਲ ਦੇਖਿਓ, ਆ ਮੈਟ੍ਰਿਕਸ ਆਪਣੇ ਕੋਲ ਬਣ ਕੀ ਗਈ। ਜਦੋਂ ਆਹ ਵਾਲੀ ਵੈਲਿਊਸ ਮੈਂ ਪੁੱਟ ਕਰਾਂਗਾ ਇੱਥੇ, ਆ ਥਰਡ ਕੇਸ ਦੀ ਗੱਲ ਕਰ ਰਿਹਾ ਮੈਂ, ਇਹਨਾਂ ਵੈਲਿਊਸ ਦੀ, ਇਹ ਮੇਰੇ ਕੋਲ ਬਣ ਗਿਆ 1 2 2 1 2 2 1 2 2। ਹੁਣ ਇੱਥੇ ਮੈਂ ਇੱਕੋ ਹੀ ਟਰਾਂਸਫਰਮੇਸ਼ਨ ਲਾਉਣੀ ਆ। ਠੀਕ, R2 ਮਾਈਨਸ R1 ਅਤੇ R3 R2 ਮਾਈਨਸ R1 ਅਤੇ R3 ਮਾਈਨਸ R1। ਜਦੋਂ ਮੈਂ ਆਹ ਵਾਲੀ ਟਰਾਂਸਫਰਮੇਸ਼ਨ ਲਾਵਾਂਗਾ, ਮੈਟ੍ਰਿਕਸ ਮੇਰੇ ਕੋਲ ਬਚਣੀ ਆ 1 2 2, ਆ ਵੀ ਜ਼ੀਰੋ ਬਣ ਗਿਆ, ਆ ਵੀ ਜ਼ੀਰੋ ਬਣ ਗਿਆ। ਹੁਣ ਇਹਦੇ ਵਿੱਚ ਜੇ ਤੁਸੀਂ ਧਿਆਨ ਨਾਲ ਵੇਖੋਗੇ ਤਾਂ ਨੰਬਰ ਆਫ ਨੋਨ ਜ਼ੀਰੋ ਰੋ ਕਿੰਨੇ ਆ? ਨੰਬਰ ਆਫ ਨੋਨ ਜ਼ੀਰੋ ਰੋ ਤਾਂ ਇੱਕੋ ਹੀ ਆ। ਇਹਦਾ ਮਤਲਬ ਕਿ ਐਸ ਮੈਟ੍ਰਿਕਸ ਦਾ ਰੈਂਕ ਕਿੰਨਾ ਹੋ ਗਿਆ? ਐਸ ਮੈਟ੍ਰਿਕਸ ਦਾ ਰੈਂਕ 1 ਹੋ ਗਿਆ। ਕਲੀਅਰ? ਓਕੇ ਬੇਟਾ, ਇਹ ਤੁਹਾਡੇ 3 ਡਾਊਟ ਸੀ ਜਿਹੜੇ ਮੈਨੂੰ ਮੈਸੇਜ ਕਰਕੇ ਤੁਹਾਡੇ ਫੀਡਬੈਕ ਮਿਲਿਆ ਸੀ। ਇਹਨਾਂ ਨੂੰ ਧਿਆਨ ਨਾਲ ਸਮਝਿਓ, ਅਤੇ ਇਸ ਕੁਐਸਚਨ ਦੇ ਨਾਲ ਦੇ 2 ਕੁਐਸਚਨ ਹੋਰ ਹੈਗੇ ਤੁਹਾਡੀ ਬੁੱਕਸ ਦੇ ਵਿੱਚ, ਉਹਨਾਂ ਨੂੰ ਤੁਸੀਂ ਸੋਲਵ ਕਰਕੇ ਦੇਖਣਾ। ਓਕੇ, ਠੀਕ ਆ। ਜੇ ਇਨ ਕੇਸ ਫਿਰ ਵੀ ਕੋਈ ਡਾਊਟ ਹੁੰਦਾ ਤਾਂ ਪਲੀਜ਼ ਮੈਨੂੰ ਦੱਸਿਓ, ਅਤੇ ਵੀਡੀਓ ਨੂੰ 1 2 3 ਵਾਰ ਜਿੰਨੀ ਵਾਰ ਤੁਸੀਂ ਵੇਖਣਾ ਚਾਹੁੰਦੇ ਜਾਂ ਰਿਵਾਈਂਡ ਕਰਕੇ ਇਹਨੂੰ ਦੇਖੋ, ਅਤੇ ਆਹ ਸਾਰੇ ਕੁਐਸਚਨਸ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਓਕੇ ਬੇਟਾ, ਥੈਂਕ ਯੂ।